ਤਾਂ ਸਤਿਗੁਰੂ ਕਹਿੰਦੇ ਨੇ ਕਹਾਂ ਬੁਝਾਰਤ ਬੁਝੈ ਡੋਰਾ। ਸਤਿਗੁਰੂ ਕਹਿੰਦੇ ਜਿਹੜਾ ਡੋਰਾ ਮਨੁੱਖ ਹੈ, ਅਸੀਂ ਤੇ ਡੋਰੇ ਆ, ਬੇਸਮਝ ਹਾਂ, ਅਸੀਂ ਗੁਰੂ ਦੇ ਇਸ਼ਾਰੇ ਨੂੰ ਕੀ ਸਮਝੀਏ। ਗੁਰੂ ਦੇ ਇਸ਼ਾਰੇ ਨੂੰ ਕੀ ਸਮਝੇਗਾ ਜਿਹੜਾ ਬੰਦਾ ਹੈ ਹੀ ਅਨਸੁਣੀ ਕਰ ਰਿਹਾ, ਗੁਰੂ ਤੇ ਰੋਜ਼ ਇਸ਼ਾਰੇ ਕਰ ਰਿਹਾ ਹੈ। ਮਾਫ ਕਰਨਾ, ਜਿੰਨੇ ਵੀ ਸੜਕਾਂ ਦੇ ਸਾਈਨ ਨੇ ਇਹ ਕੀ ਨੇ? ਇਸ਼ਾਰੇ ਨੇ। ਤੁਸੀਂ ਆਪਣੀ ਕਾਰ ਤੇ ਇੰਡੀਕੇਟਰ ਦਿੰਦੇ ਹੋ, ਵਾਟ ਇਜ਼ ਦੈਟ? ਇਸ਼ਾਰਾ ਹੀ ਹੈ ਨਾ। ਉਸ ਇਸ਼ਾਰੇ ਨੂੰ ਪਿੱਛੇ ਵਾਲਾ ਸਮਝ ਰਿਹਾ ਨਾ ਕਿ ਗੱਡੀ ਨੇ ਇੱਧਰ ਮੁੜਨਾ ਹੈ। ਤਾਂ ਜਿੰਨੀ ਗੁਰਬਾਣੀ ਹੈ, ਜਿੰਨੀ ਵੀ ਸ਼ਾਸਤਰ ਨੇ, ਇਸ਼ਾਰਾ ਹੈ ਜ਼ਿੰਦਗੀ ਦੇ ਸਫ਼ਰ ਦਾ, ਸਾਈਨ ਹੈ। ਤੇ ਜੇਕਰ ਕੋਈ ਬੱਤੀ ਦੇ ਇਸ਼ਾਰੇ ਨੂੰ ਕਹੇ ਕੋਈ ਬੰਦਾ ਤੇ ਕੋਈ ਖਲੋਤਾ ਨਹੀਂ, ਮੈਂ ਤੇ ਇਸ ਵਾਸਤੇ ਨਹੀਂ ਮੁੜਿਆ ਇੱਧਰ, ਤਾਂ ਜੀਵਨ ਦੇ ਸਫ਼ਰ ਦੀ ਜਿੰਨੀ ਵੀ ਗੁਰਬਾਣੀ ਹੈ ਇਹ ਬੋਰਡ ਹੈ, ਇਸ਼ਾਰਾ ਹੈ। ਤਾਂ ਮਹਾਰਾਜ ਕਹਿ ਰਹੇ ਨੇ, ਕਿਰਪਾ ਕਰ ਰਹੇ ਨੇ, ਕਹਾ ਬੁਝਾਰਤ ਬੁਝੈ ਡੋਰਾ। ਜਿਹੜਾ ਬੰਦਾ ਡੋਰਾ ਹੈ, ਜਾਣਦਾ ਹੀ ਨਹੀਂ ਕੁਛ, ਉਹ ਕਿਵੇਂ ਬੁਝੇ ਗੁਰੂ ਦੇ ਇਸ਼ਾਰੇ ਨੂੰ? ਸਤਿਗੁਰੂ ਕਹਿ ਰਹੇ ਨੇ ਇਸ਼ਾਰਾ ਵੀ ਉਹੀ ਬੁਝੇਗਾ ਜਿਹੜਾ ਉਸ ਦੇ ਨਜ਼ਦੀਕ ਹੋਏਗਾ। ਤਾਂ ਮਹਾਰਾਜ ਕਹਿੰਦੇ ਨੇ ਹਾਂਜੀ, ਨਿਸ ਕਹੀਏ ਤੋ ਸਮਝੈ ਭੋਰਾ। ਸਤਿਗੁਰੂ ਕਹਿੰਦੇ ਨੇ ਉਸ ਨੂੰ ਰਾਤ ਕਹੀਏ ਤੇ ਉਹ ਦਿਨ ਸਮਝਦਾ ਹੈ। ਇਹ ਹੈ ਨਾ, ਉਲਟ ਸਮਝਦਾ ਹੈ। ਜੇ ਕਹੀਏ ਸਜਣਾ ਜ਼ਿੰਦਗੀ ਦੀ ਰਾਤ ਮੁੱਕਣ ਵਾਲੀ ਹੈ, ਉਹ ਸਮਝਦਾ ਹਾਲੇ ਤੇ ਜਵਾਨੀ ਦਾ ਦਿਨ ਚੜਿਆ ਹੈ। ਜੇ ਜਵਾਨੀ ਦਾ ਦਿਨ ਨਾ ਚੜਿਆ ਹੋਵੇ ਤੇ ਮਾਫ ਕਰਨਾ 60-60 70 ਸਾਲ ਦੇ ਲੋਕ ਵੀ ਵਾਲ ਕਾਲੇ ਨਾ ਕਰਨ। ਮੈਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ, ਕਦੀ ਨਾ ਬੁਢਾਪੇ ਨੂੰ ਜੀ ਆਇਆ ਆਖ, ਪਰ ਨਹੀਂ ਮੰਨਣ ਨੂੰ ਨਹੀਂ ਤਿਆਰ। ਜ਼ਿੰਦਗੀ ਦੀ ਰਾਤ ਪੈ ਰਹੀ ਹੈ, ਪਰ ਇਹ ਸਮਝਦਾ ਹਾਲੀ ਤੇ ਬਰਬਾਦ ਸ਼ੁਰੂ ਹੋਈ ਹੈ। ਬਾਬਾ ਰਵਿਦਾਸ ਨੇ ਬੜੀਆਂ ਬਖਸ਼ਾਂ ਕੀਤੀਆਂ ਨੇ, ਬੜੀ ਰਹਿਮਤ ਕੀਤੀ ਹੈ। ਬਾਬਾ ਰਵਿਦਾਸ ਕਹਿੰਦੇ ਨੇ ਸਾਂਝ ਪੈ ਰਹੀ ਹੈ, ਇਹ ਸਮਝਦਾ ਸਵੇਰ ਹੋ ਰਹੀ ਹੈ। ਅਰਥ ਕਰਦੇ ਹਾਂ, ਜਿਸ ਦਿਨ ਇਸ ਨੂੰ ਪਤਾ ਲੱਗੇ ਕਿ ਵਾਕਈ ਜੀਵਨ ਦੀ ਰਾਤ ਪੈ ਰਹੀ ਹੈ, ਸਵੇਰ ਨਹੀਂ ਹੋ ਰਹੀ। ਜੋ ਦਿਨ ਆਵੈ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ, ਸੰਗ ਚਲਤ ਹੈ ਹਮ ਪੀ ਚਲਣਾ। ਕੇਵਲ ਤੇ ਕੇਵਲ ਰਾਤ ਪੈ ਰਹੀ ਹੈ ਸਜਣਾ, ਤੂੰ ਸਵੇਰ ਸਮਝ ਜਾਣਾ ਹੈ। 80 ਸਾਲ ਦਾ ਬੰਦਾ ਵੀ ਜਨਮ ਦਿਨ ਮਨਾਉਣ ਦੇ ਸ਼ੌਂਕ ਵਿੱਚ ਹੈ। ਗੋਡੇ ਕੰਮ ਨਹੀਂ ਕਰ ਰਹੇ, ਕੰਡ ਕੰਮ ਨਹੀਂ ਕਰ ਰਹੀ, ਸਹਾਰਾ ਲੱਭਦਾ ਕਿਤੇ ਗੁਰਦੁਆਰੇ ਵੀ ਬੈਠਣ ਵਾਸਤੇ, ਪਰ ਚਾਹ ਜਨਮ ਦਿੰਦਾ ਹੈ। ਤੇ ਫਿਰ ਇਹ ਪੰਕਤੀ ਸਹੀ ਮੇਰੇ ਵਰਗਿਆਂ ਤੇ ਨਹੀਂ ਵਰਤ ਰਹੀ ਕਿ ਨਿਸ ਕਹੀ ਹੈ ਤਾਂ ਸਮਝੇ ਭੋਰਾ। ਜੇ 80 ਸਾਲ ਤੱਕ ਵੀ ਗੁਜ਼ਾਰ ਕੇ ਜ਼ਿੰਦਗੀ ਹਾਲੀ ਤੈਨੂੰ ਮਰਨ ਦਿਨ ਚੇਤੇ ਨਹੀਂ ਆਇਆ, ਤੇ ਫਿਰ ਯਾਦ ਰੱਖੀ ਇਸ ਜਨਮ ਦਿਨ ਚੋਂ ਵੀ ਕੱਖ ਨਹੀਂ ਲੱਭਣਾ। ਇਹ ਪੱਕੀ ਗੱਲ ਹੈ, ਚਾਹੇ ਕੋਈ ਵੀ ਹੈ। ਤਾਂ ਗੁਰਦੇਵ ਕਹਿ ਰਹੇ ਨੇ, ਬਖਸ਼ਿਸ਼ ਕਰ ਰਹੇ ਨੇ, ਨਿਸ ਕਹੀਏ ਉਹਨੂੰ ਰਾਤ ਕਹੀਏ ਤੇ ਉਹ ਸਵੇਰ ਸਮਝਦਾ ਹੈ, ਕਿਉਂਕਿ ਉਲਟਾ ਜੋ ਜਾਣਾ ਹੈ। ਗੁਰੂ ਤੋਂ ਉਲਟਾ ਜਾ ਰਿਹਾ, ਪੁੱਠਾ ਜਾ ਰਿਹਾ ਹੈ। ਤੁਸੀਂ ਕਦੀ, ਹੁਣ ਤੇ ਖੈਰ ਰਿਵਾਜ ਘਟ ਗਿਆ, ਕਦੀ ਭੈਣਾਂ ਨੂੰ ਮਾਈਆਂ ਨੂੰ ਵੇਖਿਆ ਹੋਵੇ ਸਲਾਈਆਂ ਉਣਦੀਆਂ ਸਨ। ਅੱਗੇ ਰਿਵਾਜ ਸੀ, ਸੰਗਤ ਵਿੱਚ ਵੀ ਉਣਦੀਆਂ ਰਹਿੰਦੀਆਂ ਸਨ। ਸਿੱਧਾ ਪੁੱਠਾ ਹੁੰਦਾ ਹੈ। ਮੇਰੇ ਗੁਰੂ ਤੋਂ ਕੁਰਬਾਨ ਜਾਈਏ, ਅੱਗੇ ਲੋਕ ਕਰੋਸ਼ੀਏ ਦੀ ਵੀ ਉਣਤੀ ਕਰਦੇ ਸਨ। ਮੇਰੇ ਸਤਿਗੁਰ ਕਹਿੰਦੇ ਸਿੱਧਾ ਛੋੜ ਅਪੂਠਾ ਬੁਣਨਾ। ਕੁਰਬਾਨ ਹਾਂ ਗੁਰੂ ਗ੍ਰੰਥ ਸਾਹਿਬ ਤੋਂ,
मेरे गुरुदेव ने किथे बैठ बैठ के ये गल्लां बख्शिश कीतियां ने। महाराज कहने सीधी उंतर छड़ के पुठे बन रहा है, जिंदगी पुठी उन रहा है अपनी, ते ऐसी पुठी उन रहा है, ऐसी पुठी उन रहा, फिर वो ही काबू आ जाएगा। पातशाह जी कह रहे ने, बख्शिश कर रहे ने। महाराज कहते ने निस कही है, जे रात कही है इनू सजना रात पै रही है, कहना नहीं हाली तो सवेर होनी है, तो समझा पोरा पोर कहते ने सवेर नू, हाली तो मैं जवान हाँ, जाना किथे है, बुढ़ेपा किथे आना है। ते बाबा कबीर कहते कहो कबीर तब ही नर जागा, जम का दंड मूंड में लगा। हाँ जी करो कृपा। कहाँ बिसन पद गावे गुंग। सतगुरु कहते ने परमेश्वर दी उस्ती बिशन पदे वडियाई उस्ती दे गीत गुंगा बंदा किवें गा सकदा, जिसदी जुबान नहीं वो किवें गावे। गुरु अर्जन साहब कहते हे मेरे मालक असी किस तरह तेरी वडियाई करिए, क्यों? क्योंकि वडियाई अंदर हर वक्त संसार दी भरी पई है, तेरे वालों ते गूंगे आ। ये जुबान थकदी नहीं किसी दी निंदिया करन लगिया, किसी नाल संसार दियां गल्लां करन लगिया, पार्टियां दियां गल्लां करन लगिया, 3-3 घंटे नहीं थकदी। पर जेकर पाठ दा गुटका लैके बहिंदा ते थोड़ी देर बाद गुटका ही थोड़े बहिंदा। कई बार सतगुरु कह रहे हैं, महाराज कहते ने किस तरह गुण गाए गूंगा, तेरे वाले पास्यों केवल गूंगे आ, बाकी तो बहुत चलती है, दिन रात चल रही है, बोल रही है। ताई ते बाबा नामदेव जी महाराज ने इस जीव नू एक बचन कहे, आख्या हे जीबे मेरा जी करदा मैं तेरे 100 टोटे कर दिया, रे जेबा करूं शत खंड, उच्चारण शत है सत नहीं, शत संस्कृत का शब्द है, 100% 100/100। रे जेबा करूं शत खंड, जाम ना उचरस श्री गोविंद। भगत नामदेव जी कहते हैं हे जीव मेरा जी करदा मैं तेरे 100 टोटे कर दिया, जेकर तू रब दा नाम नहीं जपदी। गुरुदेव कह रहे हैं, पर मैं ते बेनती की सी एक दिन, एक 2 इंच का टुकड़ा जीव है, ये वस विच नहीं आ रहा, ना खाण दे रसां तो वस विच आ रहा, ना बोलन च वस विच आ रहा, ते 6 फुट का शरीर 5 फुट का वस विच किवें आवे। तो गुरु साहब कहते ने, महाराज कहते ने गूंगा किस तरह गाए मेरे मालिक तेरी वडियाई, जे गाउण की कोशिश भी करे तो सुर भंग हो जाती है, भाव नहीं बोलिया जा सकता, अड़िके लग रहे ने। जतन करे तो पी सुर भंग, जतन करने आ मेरे मालिक माड़ा मोटा तेरा नाम जपिए, पर नहीं उस वेले बिरती होर पासे हो जाती है, होर कुछ बोलने लग जाता। चलो जी। के पिंगल पर्वत पर पवन, पिंगुल पड़ियो गग्गे थले औंकड़ है, कह पिंगुल पर्वत पर भवन। महाराज कहते ने पिंगला आदमी चाहे मैं पहाड़ की उचाई ते चढ़ सका किवें चढ़े। हे मेरे मालिक असी संसार दी सैरगा वास्ते ते पहाड़ां ते जा सकते हैं, उस पासे ते कदम टुर सकते ने, पर अपने मन रूपी चरना नू तेरे शब्द रूपी वडियाई वाले पासे नहीं चढ़ा सकते। असी पिंगले हां मेरे मालिक, तेरी इस ऊंचाई ते ज्ञान रूपी ऊंचाई ते किवें चढ़िए। गुरु अर्जन पातशाह जी कह रहे ने, कह पिंगुल पर्वत पर भवन, एक पिंगला किस तरह पर्वत ते चढ़े। महाराज कहते इसे पर्वत ज्ञान है, गुरु दी वडियाई है।
ਪਿੰਗਲਾ ਉਸ ਬਿਰਤੀ ਦਾ ਨਾਮ ਹੈ ਜਿਹੜੀ ਬਿਰਤੀ ਇਸ ਪਾਸੇ ਟੁੱਟਦੀ ਨਹੀਂ, ਸੋਚਦੀ ਨਹੀਂ, ਯਤਨਸ਼ੀਲ ਨਹੀਂ। ਮਹਾਰਾਜ ਕਹਿੰਦੇ ਨੇ ਹਾਂਜੀ, ਨਹੀਂ ਹੋਤ ਉਹਾ ਉਸ ਗਮਨ। ਗਮਨ ਦਾ ਮਤਲਬ ਹੁੰਦਾ ਜਾਣਾ। ਮਹਾਰਾਜ ਕਹਿੰਦੇ ਉਹਦੇ ਕੋਲ ਉੱਥੇ ਨਹੀਂ ਪਹੁੰਚਿਆ ਜਾ ਸਕਦਾ। ਗਰੀਬ ਨਵਾਜ ਅਸੀਂ ਤੇ ਅੰਨੇ ਵੀ ਆਂ, ਪਿੰਗਲੇ ਵੀ ਆਂ। ਮੇਰੇ ਮਾਲਕ ਤੇਰੇ ਗਿਆਨ ਰੂਪੀ ਉਚਾਈ ਤੇ ਅਸੀਂ ਨਹੀਂ ਚੜ ਸਕਦੇ। ਨਹੀਂ ਹੋਤ ਉਹਾ ਉਸ ਗਮਨ, ਉਸ ਬੰਦੇ ਕੋਲੋਂ। ਤਾਂ ਸਤਿਗੁਰੂ ਅਰਜਨ ਸਾਹਿਬ ਪਿਤਾ ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਕਿਰਪਾਲਤਾ ਕਰ ਰਹੇ ਨੇ, ਤੇ ਜਿੱਥੇ ਆਪ ਪਰਮੇਸ਼ਰ ਦੀ ਦਿਆਲਤਾ ਸਾਡੇ ਸਾਹਮਣੇ ਪ੍ਰਗਟ ਕਰਕੇ ਅਰਦਾਸ ਕਰਨ ਵਾਸਤੇ ਬਖਸ਼ਾਂ ਕਰ ਰਹੇ ਨੇ, ਕਿਰਪਾਲਤਾ ਕਰ ਰਹੇ ਨੇ ਕਿ ਜੀਵ ਇਸ ਤਰੀਕੇ ਨਾਲ ਆਪਣੇ ਗੁਰੂ ਅੱਗੇ ਬੇਨਤੀ ਕਰਿਆ ਕਰ ਕਿ ਮਾਲਕ ਮੈਂ ਪਿੰਗਲਾ ਵਾਂ, ਮੈਂ ਬੇਨਤੀ ਕਰਾਂ, ਪਰ ਮੈਂ ਹੱਥ ਜੋੜ ਕੇ ਕਹਿ ਦੇਵਾਂ। ਕਈ ਲੋਕ ਗੁਰਦੁਆਰੇ ਦੀ ਕੋਈ ਗੱਲ ਹੋਵੇ ਤੇ ਕਹਿੰਦੇ ਨੇ ਅਸੀਂ ਗਰੀਬ ਆ, ਪਰ ਜੇਕਰ ਸ਼ਰਾਬ ਪਿਆਣ ਦੀ ਗੱਲ ਹੋਵੇ ਫਿਰ ਕੋਈ ਗਰੀਬੀ ਨਹੀਂ, ਫਿਰ ਨਹੀਂ ਗਰੀਬੀ। ਅਰਥ ਕਰਾਂ, ਕੇਵਲ ਤੇ ਕੇਵਲ ਜੇਕਰ ਕਿਤੇ ਧਰਮ ਦੀ ਕੋਈ ਗੱਲ ਹੋਵੇ ਉੱਥੇ ਕਹਿੰਦੇ ਨੇ ਅਸੀਂ ਗਰੀਬ ਹਾਂ, ਪਰ ਜੇਕਰ ਸੰਸਾਰ ਦੀ ਕਿਤੇ ਕੋਈ ਗੱਲ ਹੋਵੇ ਵਿਕਾਰਾਂ ਦੀ, ਉੱਥੇ ਬਹੁਤ ਅਮੀਰ। ਪਰ ਗੁਰੂ ਸਾਹਿਬ ਕਹਿ ਰਹੇ ਨੇ, ਬਖਸ਼ਿਸ਼ ਕਰ ਰਹੇ ਨੇ, ਕਿਰਪਾਲਤਾ ਕਰ ਰਹੇ ਨੇ। ਆ ਪੰਕਤੀਆਂ ਮੇਰੇ ਤੁਹਾਡੇ ਜੀਵਨ ਵਾਸਤੇ ਬੜੀਆਂ ਕਾਬਲ ਨੇ ਆਪਣੇ ਗੁਰੂ ਅੱਗੇ ਬੇਨਤੀ ਕਰਨ ਵਾਸਤੇ। ਹਾਂਜੀ, ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਕਰਤਾਰ ਕਰੁਣਾ ਮੈਂ। ਕਰਤਾਰ ਦਾ ਮਤਲਬ ਹੁੰਦਾ ਹੈ ਜਿਸ ਦੇ ਹੱਥ ਵਿੱਚ ਸਾਰੀ ਕ੍ਰਿਤ ਦੀ ਤਾਰ ਪਕੜੀ ਹੋਈ ਹੈ। ਯਾਦ ਰੱਖਣਾ, ਜੇ ਬਿਜਲੀ ਦੀ ਤਾਰ ਇਸ ਨਾਲ ਨਹੀਂ, ਮਾਈਕ ਨਾਲ ਇਹ ਨਹੀਂ ਬੋਲ ਸਕਦਾ। ਜੇ ਉਸ ਦੀ ਜੋਤ ਦੀ ਤਾਰ ਮੇਰੇ ਤੁਹਾਡੇ ਅੰਦਰ ਨਹੀਂ, ਫਿਰ ਮੈਂ ਬੋਲ ਵੀ ਨਹੀਂ ਸਕਦਾ, ਤੁਸੀਂ ਸੁਣ ਵੀ ਨਹੀਂ ਸਕਦੇ। ਉਸ ਦੇ ਹੁਕਮ ਦੀ ਤਾਰ ਸਭ ਖੰਡਾਂ ਬ੍ਰਹਮੰਡਾਂ ਵਿੱਚ ਵਿਚਰ ਰਹੀ ਹੈ, ਤਾਂ ਹੀ ਉਸ ਨੂੰ ਕਰਤਾਰ ਆਖਿਆ। ਜਿਸ ਦੇ ਹੁਕਮ ਦੀ ਤਾਰ ਨਾਲ ਸਾਰੀ ਕ੍ਰਿਤ ਹਰਕਤ ਵਿੱਚ ਹੈ, ਉਸ ਨੂੰ ਕਰਤਾਰ ਕਹਿੰਦੇ ਨੇ। ਕਦੀ ਆਪ ਜੀ ਨੇ ਪੁਤਲੀਆਂ ਦਾ ਤਮਾਸ਼ਾ ਵੇਖਿਆ ਹੋਵੇ? ਪੁਰਾਣੇ ਜ਼ਮਾਨੇ ਵਿੱਚ ਪੁਤਲੀਆਂ ਦਾ ਤਮਾਸ਼ਾ ਖਿਡਾਉਣ ਵਾਲਾ ਤਮਾਸ਼ਾ ਕਰਦਾ ਸੀ, ਤਮਾਸ਼ਾ ਹਿਲਦਾ, ਪੁਤਲੀਆਂ ਨਜ਼ਰ ਆਉਂਦੀਆਂ ਸਨ, ਪਰ ਤਾਰ ਕਿਸੇ ਨੂੰ ਆਮ ਨਜ਼ਰ ਨਹੀਂ ਸੀ ਆਉਂਦੀ। ਬੜੀ ਬਰੀਕ ਹੈ। ਇਸ ਵਾਸਤੇ ਸਤਿਗੁਰ ਨੇ ਉਸ ਨੂੰ ਕਰਤਾਰ ਆਖਿਆ ਹੈ, ਜਿਸ ਦੇ ਹੱਥ ਵਿੱਚ ਸਾਰੀ ਕ੍ਰਿਤ ਦੀ ਤਾਰ ਪਕੜੀ ਹੋਈ ਹੈ, ਸਭ ਦੇ ਕਰਮਾਂ ਦੀ ਤਾਰ ਉਸ ਦੇ ਹੱਥ ਵਿੱਚ ਹੈ, ਉਸ ਨੂੰ ਕਰਤਾਰ ਆਖਿਆ ਹੈ। ਕਰਤਾਰ ਕਰੁਣਾ ਮੈਂ, ਇਹ ਸ਼ਬਦ ਕਰੁਣਾ ਹੈ, ਰਾਰੇ ਥੱਲੇ ਔਂਕੜ ਹੈ। ਕਰੁਣਾ ਮੈਂ ਦਾ ਮਤਲਬ ਹੁੰਦਾ ਦਇਆ ਦਾ ਸਮੁੰਦਰ, ਦਇਆ ਨਾਲ ਭਰਿਆ ਹੋਇਆ। ਹੈ ਮੇਰੇ ਮਾਲਕ ਤੂੰ ਤੇ ਦਿਆਲੂ ਹੈ, ਤੂੰ ਸਭ ਕੁਝ ਕਰ ਸਕਦਾ ਹੈ। ਤੂੰ ਜਿਸ ਤੇ ਵੀ ਰਹਿਮਤ ਕਰ ਦੇਵੇਂ ਗੁਰੂ ਰਾਹੀਂ, ਉਹਦਾ ਜੀਵਨ ਇੱਕ ਛਿਨ ਵਿੱਚ ਬਦਲ ਸਕਦਾ ਹੈ। ਤੂੰ ਗਣਕਾ ਦਾ ਬਦਲਿਆ, ਕੌਡੇ ਰਾਖਸ਼ ਦਾ ਬਦਲਿਆ, ਸੱਜਣ ਠੱਗ ਦਾ ਬਦਲਿਆ, ਭੂਮੀਏ ਚੋਰ ਦਾ ਬਦਲਿਆ, ਬਾਲਮੀਕ ਦਾ ਬਦਲਿਆ। ਮੇਰੇ ਬਾਲਕ ਕਿਰਪਾ ਕਰ ਸਾਡੇ ਤੇ ਸਾਡਾ ਵੀ ਬਦਲ ਦੇ। ਕੀ ਨਹੀਂ ਕਰ ਸਕਦੇ ਪਾਤਸ਼ਾਹ ਤੁਸੀਂ? ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ। ਸਤਿਗੁਰ ਕਹਿੰਦੇ ਦੀਨ ਮੈਂ ਤੇਰੇ ਅੱਗੇ ਬੇਨਤੀ ਕਰਦਾ, ਦੀਨ ਬਣ ਕੇ, ਵਿਚਾਰਾ ਬਣ ਕੇ। ਕਿਉਂ? ਕਿਉਂਕਿ ਸਾਡੇ ਵਰਗਾ ਕੋਈ ਦੀਨ ਨਹੀਂ ਤੇ ਤੇਰੇ ਵਰਗਾ ਕੋਈ ਦਿਆਲੂ ਨਹੀਂ, ਸਾਡੇ ਵਰਗਾ ਕੋਈ ਭਿਖਾਰੀ ਨਹੀਂ ਤੇ ਤੇਰੇ ਵਰਗਾ ਕੋਈ ਦਾਤਾ ਨਹੀਂ, ਸਾਡੇ ਵਰਗਾ ਕੋਈ ਪਾਪੀ ਨਹੀਂ, ਪਤਿਤ ਨਹੀਂ, ਤੇਰੇ ਵਰਗਾ ਕੋਈ ਪਤਿਤ ਪਾਵਨ ਨਹੀਂ, ਸਾਡੇ ਵਰਗਾ ਕੋਈ ਗੁਨਾਹਗਾਰ ਨਹੀਂ ਤੇ ਤੇਰੇ ਵਰਗਾ ਕੋਈ ਬਖਸ਼ੰਦ ਨਹੀਂ। ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ। ਸਤਿਗੁਰ ਕਹਿੰਦੇ ਨੇ, ਗੁਰੂ ਅਰਜਨ ਸਾਹਿਬ ਕਹਿੰਦੇ ਨੇ ਕਿ ਤੇਰੀ ਕਿਰਪਾ ਤੋਂ ਬਗੈਰ ਕੋਈ ਨਹੀਂ ਤਰ ਸਕਦਾ। ਇਸ ਵਾਸਤੇ ਤੂੰ ਆਪ ਹੀ ਬਖਸ਼ਿਸ਼ ਕਰ, ਸਾਡੀ ਅੰਨਿਆਂ ਦੀ ਉਂਗਲ ਫੜ ਲੈ, ਬਾਹ ਫੜ ਲੈ ਪਾਤਸ਼ਾਹ, ਇਸ ਸੰਸਾਰ ਸਾਗਰ ਤੋਂ ਤਰ ਲੈ। ਤਾਂ ਗੁਰੂ ਸਾਹਿਬ
ਬਖਸ਼ਿਸ਼ ਕਰਦੇ ਨੇ, ਕਿਰਪਾਲਤਾ ਕਰਦੇ ਨੇ। ਚਲੋ ਹਾਂਜੀ। ਸੰਗ ਸਹਾਈ ਸੋ ਆਵੇ ਨਾ ਚੀਤ। ਗੁਰੂ ਸਾਹਿਬ ਦ੍ਰਿਸ਼ ਖਿੱਚ ਰਹੇ ਨੇ, ਜਿਹੜਾ ਪਰਮੇਸ਼ਰ ਇਹਦੇ ਹਰ ਵੇਲੇ ਅੰਗ ਸੰਗ ਹੈ, ਜਿਹੜਾ ਇਹਦੀ ਹਰ ਮੁਸ਼ਕਲ ਵਿੱਚ ਇਹਦਾ ਸਾਥੀ ਹੈ, ਸੋ ਆਵੇ ਨਾ ਚੀਤ। ਉਸਨੂੰ ਤੇ ਚਿੱਤ ਵਿੱਚ ਲਿਆਉਂਦਾ ਹੀ ਨਹੀਂ, ਉਸਨੂੰ ਨਹੀਂ ਯਾਦ ਕਰਦਾ। ਸੰਗ ਸਹਾਈ ਸੋ ਆਵੇ ਨਾ ਚੀਤ। ਯਾਦ ਰੱਖਣਾ, ਮੈਂ ਇੱਕ ਦਿਨ ਪਹਿਲਾਂ ਵੀ ਬੇਨਤੀ ਕੀਤੀ ਸੀ, ਜੇ ਮਾਤਾ ਦੇ ਗਰਭ ਵਿੱਚ ਉਹ ਸੰਗ ਨਾ ਕਰਦਾ ਤੇ ਕਦੀ ਵੀ ਮੇਰਾ ਤੁਹਾਡਾ ਅੰਗ ਨਾ ਬਣਦਾ। ਕਿਸੇ ਦਾ ਵੀ ਅੰਗ ਨਹੀਂ ਬਣਿਆ ਜੇਕਰ ਉਸਨੇ ਸੰਗ ਨਹੀਂ ਕੀਤਾ। ਪਰ ਮੁਸ਼ਕਲ ਤੇ ਇਹ ਵੇ, ਜਨਮ ਲੈਣ ਤੋਂ ਬਾਅਦ ਅੰਗਾਂ ਨੂੰ ਤੇ ਸਵਾਰਦਾ ਰਿਹਾ ਤੇ ਜਿਹਦੇ ਸੰਗ ਨਾਲ ਅੰਗ ਬਣੇ ਨੇ ਉਸ ਦਾ ਚੇਤਾ ਹੀ ਨਹੀਂ, ਉਸ ਦਾ ਨਹੀਂ ਚੇਤਾ। ਜਦੋਂ ਵੀ ਸ਼ੀਸ਼ੇ ਵਿੱਚੋਂ ਵੇਖਿਆ ਇਸਨੇ ਅੰਗ ਨੂੰ ਹੀ ਵੇਖਿਆ। ਮੁਬਾਰਕ ਹੈ ਆਪਣੇ ਅੰਗਾਂ ਦੀ ਸੰਭਾਲ ਕਰ ਸਰੀਰ ਦੀ, ਪਰ ਜਿਸਨੇ ਤੈਨੂੰ ਅੰਗ ਬਣਾ ਕੇ ਦਿੱਤੇ ਨੇ ਕਦੀ ਉਹਨੂੰ ਵੀ ਚੇਤਾ ਕਰ ਲਿਆ ਕਰ। ਅੰਗ ਦੇਣ ਵਾਲੇ ਨੂੰ ਵੀ ਚੇਤਾ ਕਰ ਲਿਆ ਕਰ ਸਜਣਾ। ਜੇ ਉਹ ਸੰਗ ਨਾ ਕਰਦਾ ਤੇਰਾ ਕਦੀ ਅੰਗ ਨਾ ਬਣਦਾ। ਮੈਂ ਦੁਬਾਰਾ ਕਹਿ ਦੇਵਾਂ, ਜੇ ਉਹ ਮਾਤਾ ਦੇ ਗਰਭ ਵਿੱਚ ਕਦੀ ਸੰਗ ਨਾ ਕਰਦਾ ਤੇ ਤੇਰਾ ਅੰਗ ਨਾ ਬਣਦਾ, ਤੇਰਾ ਗਰਭ ਗਲ ਜਾਂਦਾ। ਤੇ ਜਿਨ੍ਹਾਂ ਦਾ ਜਨਮ ਲੈਣ ਤੋਂ ਬਾਅਦ ਗੁਰੂ ਨਾਲੋਂ ਰਿਸ਼ਤਾ ਟੁੱਟ ਗਿਆ ਉਹਨਾਂ ਦਾ ਜੀਵਨ ਗਲ ਜਾਂਦਾ ਹੈ। ਜਿਨ੍ਹਾਂ ਦਾ ਗੁਰੂ ਨਾਲੋਂ ਜੀਵਨ ਟੁੱਟ ਗਿਆ ਉਹ ਜੀਵਨ ਗਲ ਗਿਆ, ਜਿਨ੍ਹਾਂ ਦਾ ਮਾਤਾ ਦੇ ਗਰਭ ਵਿੱਚ ਉਹਦੇ ਨਾਲੋਂ ਸੰਗ ਟੁੱਟ ਗਿਆ ਉਹ ਗਰਭ ਗਲ ਗਿਆ। ਇਹ ਬਚਨ ਗੁਰੂ ਅਰਜਨ ਪਾਤਸ਼ਾਹ ਜੀ ਦੇ ਬਾਣੀ ਵਿੱਚ ਨੇ। ਮਾਤ ਗਰਭ ਮੈਂ आपन सिमरन देहे तह तुम राखन हारे, पावक सागर अथा लहर में तारो तारन हारे। सतगुरु माता दे गर्भ विच तेरे तो बगैर कोई राखा नहीं, या संसार विच भी तेरे तो गुरु बगैर कोई राखा नहीं। तो गुरु साहब कहते ने, संग सहाई सो आवे ना चीत। जेड़ा हर वेले संगी है, साथी है, नाल है, वो ते चेता ही नहीं होता, उन्हें चेता ही नहीं करता। हाँ जी। जो बैराई ता स्यो प्रीत। सतगुरु कहते ने, जेड़ा वैरी है ਉਹਦੇ ਨਾਲ ਪ੍ਰੀਤ ਕਰਦਾ ਹੈ। ਜਿਹੜੇ ਦੁਸ਼ਮਣ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹਨਾਂ ਨਾਲ ਤੇ ਦੋਸਤੀ ਹੈ ਤੇਰੀ। ਜਿਹੜੇ ਸੰਸਾਰ ਦੇ ਲੋਕ ਵਿਕਾਰਾਂ ਵਾਲੇ ਪਾਸੇ ਧਰੂ ਧਰੂ ਕੇ ਲਿਜਾਂਦੇ ਨੇ, ਉਹਨਾਂ ਨਾਲ ਤੇ ਦੋਸਤੀ ਹੈ। ਤੇ ਜਿਹੜੇ ਆਖਣ ਆ ਬੈਠ ਕੇ ਸੁਖਮਨੀ ਸਾਹਿਬ ਦੀ ਜਾਂ ਗੀਤਾ ਦੀ ਰਾਮਾਇਣ ਦੀ ਕੋਈ ਗੱਲ ਕਰੀਏ, ਉਹਨਾਂ ਨਾਲ ਤੇ ਆਂਦਾ ਇਹ ਤੇ ਐਵੇਂ ਬਸ ਹਰ ਵੇਲੇ ਇਸੇ ਕੰਮ ਹੀ ਲੱਗੀ ਹੈ। ਮੈਂ ਕੱਲ ਕਿਸੇ ਰੱਬ ਦੇ ਪਿਆਰਿਆਂ ਦੇ ਕਰ ਗਿਆ ਤੇ ਉਹ ਮੈਂ ਪੁੱਛਿਆ, ਮੈਂ ਕਿਹਾ ਭੈਣ ਜੀ ਤੁਸੀਂ ਕੀ ਪੜ੍ਹਦੇ ਹੋ? ਕਹਿੰਦੇ ਮੈਂ ਰਾਮਾਇਣ ਪੜ੍ਹਦੀ ਹਾਂ। ਮੈਂ ਕਿਹਾ ਬਹੁਤ ਵਧੀਆ ਗੱਲ ਹੈ, ਲਿਆਓ ਰਾਮਾਇਣ ਸੁਣਾਓ ਫਿਰ ਮੈਨੂੰ ਵੀ, ਮੇਰਾ ਵੀ ਕੁਝ ਭਲਾ ਹੋ। ਉਹ ਰਾਮਾਇਣ ਲਿਆਏ, ਤੁਹਾਡੀ ਅਸੀਸ ਹੈ। ਜਦੋਂ ਉਹਨਾਂ ਨੇ ਪੜ੍ਹੀ ਮੈਂ ਕਿਹਾ ਆਪ ਜੀ ਨੂੰ ਪਤਾ ਹੈ ਜੋ ਤੁਸੀਂ ਪੜ੍ਹ ਰਹੇ ਹੋ ਇਹ ਕਿਹੜਾ ਦ੍ਰਿਸ਼ ਹੈ, ਕਿਹੜਾ ਸੀਨ ਹੈ, ਕਦੋਂ ਦੀ ਗੱਲ ਹੈ? ਤਾਂ ਮੈਂ ਉਹਨਾਂ ਨੂੰ ਬੇਨਤੀ ਕੀਤੀ, ਮੈਂ ਕਿਹਾ ਉਹ ਵੀ ਜਾਣਦੇ ਸੀ। ਮੈਂ ਕਿਹਾ ਚਿੱਤਰਕੂਟ ਦਾ ਵਾਕਿਆ ਹੈ, ਜਦੋਂ ਰਾਮ ਚੰਦਰ ਜੀ ਬਨਵਾਸ ਨੂੰ ਨਿਕਲੇ ਨੇ। ਸਤਿਗੁਰੂ ਕਿਰਪਾ ਕਰਦੇ ਨੇ, ਬਖਸ਼ਿਸ਼ ਕਰਦੇ ਨੇ। ਜਿਸ ਇਸ਼ਟ ਵਿੱਚ ਵੀ ਕੋਈ ਹੈ ਆਪਣੀ ਪੂਰਨ ਸ਼ਰਧਾ, ਮੈਂ ਉਹਨਾਂ ਨੂੰ ਬੇਨਤੀ ਕੀਤੀ, ਮੈਂ ਕਿਹਾ ਜੇਕਰ ਰਾਮਾਇਣ ਦੀ ਸਿੱਖਿਆ ਤੁਸੀਂ ਲੈਣੀ ਹੋਵੇ, ਗੁਰੂ ਗ੍ਰੰਥ ਸਾਹਿਬ ਦੀ ਇੱਕ ਪੰਕਤੀ ਵਿੱਚ ਵੀ ਰਾਮਾਇਣ ਹੈ। बेडी के गुण सुन री बाई, जल्द बांध त्रु थाप्यो हो, नामे के स्वामी सी बहोरी, लंक भविख ना पियो। भगत नामदेव जी महाराज कहते ने, वो परमेश्वर ऐसा है जिसने त्रेते युग विच रामचंद्र जी दी राही लंका जाण वास्ते समुंदर ते पत्थरां दा पुल बद्धा ते सीता नूं रावण दी कैद विचों छुड़ा के लियांदा ते भविक्षण नूं लंका दा राज सौंप दिता, जिन्हों लत मार के रावण ने घरों कढिया सी। सतगुरु किरपा करन, बख्शिश करन, किन्ना अमुल भंडार गुरु ने बाणी विच बख्शिया है। जदों भी किसी नाल गल करोगे सीस झुक जाएगा उहदा गुरु ग्रंथ साहब अगे। पर गुरसिखा तेनों अपने गुरु दा सौदा वेचण दी जांच होनी चाहिए है। आप जी नूं पता होना चाहिए, जदों बनवास तो टुरन लगे तो माता सुमित्रा ने गल कही सी उन्हां नूं कि अपने भरा नूं नाल लै चले, इस्त्री नूं नाल लै चले, इन्हां दा ध्यान रखी।
ਤਾਂ ਜਦੋਂ ਸੀਤਾ ਜੀ ਵੀ ਵਿਛੜ ਗਏ, ਲక్ష్మణ ਵੀ ਮੂਰਛਾ ਹੋ ਗਿਆ, ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ ਮਨ ਮੈਂ ਝੂਰਾ ਰਾਮਚੰਦ ਸੀਤਾ ਲక్ష్మణ ਜੋਗ। ਜੋਗ ਦਾ ਮਤਲਬ ਹੈ ਮਿਲਾਪ। ਹਨੂਮੰਤਰ ਆਰਾਧਿਆ ਆਇਆ ਕਰ ਸੰਜੋਗ। ਹਨੂਮਾਨ ਜੀ ਨੂੰ ਯਾਦ ਕੀਤਾ। ਭੂਲਾ ਦੈਤ ਨਾ ਸਮਝੇ ਤਿਨ ਪ੍ਰਭ ਕੀਏ ਕਾਮ, ਨਾਨਕ ਵੇ ਪ੍ਰਵਾਹ ਸੋ ਕਿਰਤ ਨਾ ਮਿਟੀ ਰਾਮ। ਸਤਿਗੁਰੂ ਕਿਰਪਾ ਕਰਦੇ ਨੇ, ਬਖਸ਼ਿਸ਼ ਕਰਦੇ ਨੇ, ਰਹਿਮਤ ਕਰਦੇ ਨੇ। ਮਹਾਰਾਜ ਕਹਿੰਦੇ ਨੇ ਸੰਸਾਰ ਹਰ ਪਲ ਤੇ ਇਸ ਦਾ ਦੁਸ਼ਮਣ ਹੈ, ਉਹਦੇ ਨਾਲ ਹੀ ਉਹਦੇ ਵੱਲ ਹੀ ਭੱਜਦਾ, ਮੁੜ ਕੇ ਵਿਕਾਰਾਂ ਵੱਲ ਹੀ ਭੱਜਦਾ ਹੈ। ਰੋਜ਼ ਉੱਥੋਂ ਜੁੱਤੀਆਂ ਵੀ ਖਾਂਦਾ ਹੈ, ਦੁੱਖ ਵੀ ਸੇੜਦਾ, ਫਿਰ ਵੀ ਉਧਰ ਹੀ ਭੱਜਦਾ ਹੈ, ਨਹੀਂ ਮੁੜਦਾ। ਦੁਖੀ ਵੀ ਹੋਈ ਜਾਂਦਾ ਹੈ, ਰੋਈ ਵੀ ਜਾਂਦਾ ਹੈ, ਕਲਪੀ ਵੀ ਜਾਂਦਾ ਹੈ, ਫਿਰ ਵੀ ਭੱਜਾ ਉਧਰ ਹੀ ਜਾਂਦਾ ਹੈ, ਨਹੀਂ ਮੁੜਦਾ। ਸਤਿਗੁਰੂ ਕਹਿ ਰਹੇ ਨੇ ਅੰਮ੍ਰਿਤ ਕੌਰਾ ਵਿਖਿਆ ਮਿੱਠੀ। ਸਤਿਗੁਰੂ ਕਹਿੰਦੇ ਅੰਮ੍ਰਿਤ ਨੂੰ ਇਹ ਕੌੜਾ ਸਮਝਦਾ ਤੇ ਵਿਸ਼ੇ ਵਿਕਾਰਾਂ ਨੂੰ ਮਿੱਠਾ ਸਮਝਦਾ ਹੈ। ਸਾਕਤ ਕੀ ਬਿਦ ਨੈਣੋ ਡੀਠੀ। ਸਤਿਗੁਰੂ ਮੈਂ ਅੱਖਾਂ ਨਾਲ ਵੇਖ ਰਿਹਾ ਹਾਂ ਕਿ ਸਾਕਤ ਪੁਰਸ਼ ਹੀ ਕੰਮ ਕਰ ਰਹੇ ਨੇ। ਸ਼ਰਾਬ ਦੇ ਉੱਤੇ ਲਾਲ ਰੰਗ ਨਾਲ ਲਿਖਿਆ ਜ਼ਹਿਰ, ਬੋਤਲ ਤੇ ਲਾਲ ਰੰਗ ਨਾਲ ਤਾਂ ਲਿਖਿਆ ਵੀ ਲਾਲ ਰੰਗ ਕਸ਼ਿਸ਼ ਹੁੰਦੀ ਹੈ, ਵੀ ਤੇਰੀ ਨਜ਼ਰ ਪੀਣ ਤੋਂ ਪਹਿਲਾਂ ਚਲੀ ਜਾਏ ਵੀ ਜ਼ਹਿਰ ਹੈ, ਪੀ ਜਾਂਦਾ। ਸਿਗਰਟ ਦੇ ਉੱਤੇ ਲਿਖਿਆ ਜ਼ਹਿਰ, ਪਰ ਪੀ ਜਾਂਦਾ। ਤਾਂ ਗੁਰੂ ਅਰਜਨ ਪਾਤਸ਼ਾਹ ਜੀ ਕਹਿ ਰਹੇ ਨੇ, ਬਖਸ਼ਿਸ਼ ਕਰ ਰਹੇ ਨੇ, ਜੋ ਬੈਰਾਈ ਤਾਂ ਸਿਉ ਪ੍ਰੀਤ। ਜਿਹੜਾ ਦੁਸ਼ਮਣ ਹੈ, ਵੈਰੀ ਹੈ, ਉਹਦੇ ਨਾਲ ਪ੍ਰੀਤੀ ਹੈ। ਹਾਂਜੀ ਕਰੋ ਕਿਰਪਾ। ਬਲੂਆ ਕੇ ਗ੍ਰਹਿ ਭੀਤਰ ਬਸੈ। ਬਾਲੂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬੜੀ ਪ੍ਰਕਾਰ ਨਾਲ ਆਇਆ। ਬਾਲੂ ਕਹਿੰਦੇ ਨੇ ਰੇਤ ਨੂੰ, ਜਿਉਂ ਬਾਲੂ ਕੀ ਭੀਤ, ਰੇਤ ਦੀ ਕੰਧ। ਮੈਨੂੰ ਨਹੀਂ ਪਤਾ, ਤੁਸੀਂ ਸ਼ਾਇਦ ਬਚਪਨ ਵਿੱਚ ਖੇਡ ਖੇਡੀ ਹੋਵੇ। ਪੁਰਾਣੇ ਜ਼ਮਾਨੇ ਅੰਦਰ ਬੱਚੇ ਖੇਡਦੇ ਸਨ, ਰੇਤ ਵਿੱਚ ਪੈਰ ਧਰ ਕੇ ਇਸ ਤਰ੍ਹਾਂ ਬਣਾ ਕੇ ਘਰ ਬਣਾਉਂਦੇ ਸਨ। ਕਦੀ ਤੁਸੀਂ ਸੀ ਸ਼ੋਰ ਜਾਓ ਨਾ ਤੇ ਆਮ ਤੌਰ ਤੇ ਬੱਚੇ ਉੱਥੇ ਖੇਡਦੇ ਨੇ ਪੁਰਾਣੇ ਜ਼ਮਾਨੇ 'ਚ। ਪੈਰ ਵਿੱਚ ਰੱਖ ਕੇ ਉੱਤੇ ਰੇਤ ਪਾ ਕੇ ਇਸ ਤਰ੍ਹਾਂ ਥੱਪ ਕੇ ਵਿੱਚੋਂ ਪੈਰ ਕੱਢ ਲੈਂਦੇ ਨੇ, ਉਹ ਘਰ ਬਣ ਜਾਂਦਾ ਹੈ। ਮੈਂ ਬੇਨਤੀ ਕਰਾਂਗਾ, ਕਦੀ ਤੁਸੀਂ ਧਿਆਨ ਨਾਲ ਵੇਖਿਆ ਉਸ ਦੀ ਬਰੀਕੀ ਨੂੰ? ਇਹ ਕੀ ਹੈ? ਉਹ ਰੇਤ ਦਾ ਘਰ ਬਣਾਇਆ ਹੋਇਆ ਓਨਾ ਚਿਰ ਖਲੋਤਾ ਰਹਿੰਦਾ ਜਿੰਨਾ ਚਿਰ ਉਸ ਨੂੰ ਹਵਾ ਨਹੀਂ ਲੱਗਦੀ। ਹਵਾ ਲੱਗ ਕੇ ਸੁੱਕਣਾ ਸ਼ੁਰੂ ਹੋ ਜਾਂਦਾ, ਜਿਉਂ-ਜਿਉਂ ਸੁੱਕਣਾ ਸ਼ੁਰੂ ਹੋ ਜਾਂਦਾ ਤੇ ਰੇਤ ਡਿੱਗਣੀ ਸ਼ੁਰੂ ਹੋ ਜਾਂਦੀ। ਥੋੜੀ ਦੇਰ ਬਾਅਦ ਸਤਿਗੁਰੂ ਕਹਿ ਰਹੇ ਨੇ, ਗੁਰੂ ਅਰਜਨ ਪਾਤਸ਼ਾਹ ਕਹਿ ਰਹੇ ਨੇ, ਰੇਤ ਦੇ ਘਰ ਵਿੱਚ ਵਸਦਾ ਹੈ ਪਿਆ ਜੀਵ। ਬਲੂਆ ਕੇ ਗ੍ਰਹਿ ਭੀਤਰ ਬਸੈ। ਰੇਤ ਦਾ ਘਰ ਮੀਨਸ ਥੋੜੀ ਦੇਰ ਰਹਿਣ ਵਾਲਾ। ਇਹ ਸਮਝਦਾ ਮੈਂ ਜਾਣਾ ਹੀ ਨਹੀਂ। ਰਹਿ ਤੇ ਰੇਤ ਦੇ ਘਰ ਵਿੱਚ ਰਿਹਾ। ਬਾਬਾ ਰਵਿਦਾਸ ਨੇ ਸਰੀਰ ਨੂੰ ਵੀ ਜਦੋਂ ਗੱਲ ਕੀਤੀ ਨਾ ਤੇ ਇਹ ਬਚਨ ਕਹਿ ਦਿੱਤੇ, ਜਲ ਕੀ ਭੀਤ ਪਵਨ ਕਾ ਥੰਬਾ। ਭੀਤ ਕਹਿੰਦੇ ਨੇ ਦੀਵਾਰ ਨੂੰ, ਵਾਲ। ਪਾਣੀ ਦੀ ਬਾਬਾ ਰਵਿਦਾਸ ਕਹਿੰਦੇ ਨੇ ਕੰਧ ਹੋਵੇ ਤੇ ਹਵਾ ਦਾ ਪਿੱਲਰ ਹੋਵੇ ਥੰਬਾ। ਰਕਤ ਬੂੰਦ ਕਾ ਗਾਰਾ, हाड मास नाड़ी को पिंजर पंखी बसा बेचारा। प्राणी क्या मेरा क्या तेरा। सतगुरु बख्शिश कर देन, कृपालता कर देन। बाबा रविदास जी दे 16 रागां विच 38 शब्द गुरु ग्रंथ साहिब विच ने। एक एक बचन इन्ना गहरा है। मैं बाबा रविदास जी दे गुरपुरब नूं तुहाडी असीस नाल अमेरिका सां। बाबा रविदास जी के गुरपुरब वाले दिन गुरु ने बख्शां कराइयां ते ये विचार दी सांझ कि बाबा रविदास की एक एक बचन की पंक्ति जीवन नूं कित्थे ले जा रही है। गुरु अर्जन साहब तो कुर्बान जावां जिन्हां ने ऐसे भगतां नूं भी सत्कार बख्शिया है, सिख जगत दे गुरु बना देता है। तो सतगुरु कह रहे ने, बख्शिश कर रहे ने, बलुआ के ग्रह मैंने घर रेत दे घर विच वसदा पिया। कहंदा मैं ते पक्के जाना थोड़ा ही है। रब ना कराए परमेश्वर सबनू अपने घर राजी खुशी रखे। माफ करना, मारो जरा इंडिया वाल चाहती।
ਕਿੱਥੇ ਗਏ? ਸਤਿਗੁਰੂ ਕਹਿੰਦੇ ਬਲੂਆ ਕੇ ਗ੍ਰਹਿ ਭੀਤਰ ਬਸੈ, ਤੇ ਫਿਰ ਕਰਦਾ ਕੀ ਹੈ? ਤੇ ਘਰ ਵਿੱਚ ਵਸਦਿਆ ਹੋਇਆ ਅਨੰਦ ਕੇਲ ਮਾਇਆ ਰੰਗ ਰਸੈ। ਸਤਿਗੁਰੂ ਕਹਿੰਦੇ ਐਸੇ ਰੰਗ ਤਮਾਸ਼ਿਆਂ ਵਿੱਚ ਕਲੋਲ ਕਰ ਰਿਹਾ ਹੈ, ਇਸ ਨੂੰ ਚੇਤਾ ਹੀ ਨਹੀਂ ਮੈਂ ਜਾਣਾ ਹੈ। ਕੋਈ ਵਿਰਲਾ ਘਰ ਹੋਏਗਾ ਜਿਹਦੇ ਵਿੱਚੋਂ ਤੁਹਾਨੂੰ ਗੁਰੂ ਦੀ ਬਾਣੀ ਦੀ ਆਵਾਜ਼ ਆਉਂਦੀ ਹੋਏਗੀ, ਕੋਈ ਵਿਰਲਾ ਘਰ ਹੋਏਗਾ ਜਿਹਦੇ ਵਿੱਚੋਂ ਸ਼ਬਦਾਂ ਦੀ, ਗੀਤਾ ਦੀ, ਰਮਾਇਣ ਦੀ, ਕੁਰਾਨ ਦੀ ਆਵਾਜ਼ ਹੋਏਗੀ। ਕੋਈ ਵਿਰਲੀ ਕਾਰ ਹੋਏਗੀ ਜਿਹਦੇ ਵਿੱਚੋਂ ਗੁਰੂ ਦੀ ਮੱਤ ਦੀ ਆਵਾਜ਼ ਆਉਂਦੀ ਹੋਏਗੀ। ਤੇ ਜਿਨ੍ਹਾਂ ਦੇ ਵਿੱਚੋਂ ਆ ਰਹੀ ਹੈ ਉਹਨਾਂ ਦੇ ਚਰਨਾਂ ਵਿੱਚ ਨਮਸਕਾਰ ਹੈ, ਭਾਵੇਂ ਉਹ ਕੋਈ ਵੀ ਹੈ। ਨਹੀਂ ਤੇ ਅੱਜ ਉਹ ਹਾਲਾਤ ਪੈਦਾ ਹੋ ਚੁੱਕੇ ਨੇ ਘਰਾਂ ਵਿੱਚ, ਛੋਟੇ ਛੋਟੇ ਬੱਚੇ ਟੀਵੀ ਦੇ ਸਾਹਮਣੇ ਨੱਚ ਰਹੇ ਨੇ। ਇਹ ਹਾਲਾਤ ਹੈ। ਤਾਂ ਗੁਰੂ ਸਾਹਿਬ ਕਹਿੰਦੇ ਨੇ ਆਨੰਦ ਕੇਲ ਮਾਇਆ ਰੰਗ ਰਸੈ। ਰੇਤ ਦੇ ਘਰ ਵਿੱਚ ਪਿਆ ਹੋਇਆ ਰੰਗ ਤਮਾਸ਼ਿਆਂ ਜੋ ਇਹਨੂੰ ਪਤਾ ਹੀ ਨਹੀਂ ਕਿਹੜੇ ਵੇਲੇ ਡਿੱਗ ਪੈਣਾ ਹੈ, ਕਿਹੜੇ ਵੇਲੇ ਛੱਡਣਾ ਪੈਣਾ ਹੈ, ਭੁੱਲ ਗਿਆ। ਮਹਾਰਾਜ ਕਹਿੰਦੇ ਨੇ ਹਾਂਜੀ ਦ੍ਰਿੜ ਕਰ ਮਾਨੇ ਮਣੇ ਪ੍ਰਤੀਤ। ਸਤਿਗੁਰੂ ਕਹਿੰਦੇ ਨੇ ਦ੍ਰਿੜ ਕਰ ਮਾਨਾ, ਇਸ ਨੂੰ ਪੱਕਾ ਮਨ ਬੈਠਾ, ਮਨ ਵਿੱਚ ਪ੍ਰਤੀਤ ਹੋ ਗਈ ਵੀ ਇਹ ਘਰ ਮੈਂ ਛੱਡਣਾ ਥੋੜਾ ਹੀ ਹੈ, ਮੈਂ ਜਾਣਾ ਥੋੜੀ ਇੱਥੋਂ। ਰੇਤ ਦੇ ਘਰ ਨੂੰ ਪੱਕਾ ਮਨ ਬੈਠਾ ਹੈ, ਛੱਡਣ ਵਾਲੇ ਘਰ ਨੂੰ ਪੱਕਾ ਮਨ ਬੈਠਾ ਹੈ। ਇਹ ਸਰੀਰ ਹੀ ਪਹਿਲਾਂ ਰੇਤ ਦਾ ਘਰ ਹੈ, ਇਸ ਨੂੰ ਹੀ ਪੱਕਾ ਮਨ ਬੈਠਾ ਹੈ। ਵੇਖਦਿਆਂ ਸਾਥ ਛੱਡੀ ਜਾਂਦਾ ਹੈ। बेशक तुसी अपने अंदर झाती मारो, मैं अपने अंदर झाती मारा, बचपन छड़ गया कि नहीं सानू? जे बचपन छड़ गया तो जवानी भी एक दिन छड़ जाएगी। ते जेड़े मेरी उम्र विच पहुंच चुके ने उन्होंने जवानी भी छड़ गई है। ते याद रखना फिर जे बुढ़ापा आ गया तो फिर काल लैके जाएगा। गुरु अमरदास साहब ने बड़ी बख्शिश करके आख्या ये शरीर जजरी है, इसनू जर पहुंचाया है। आप जी पता होना चाहिए जर किसनू कहते हैं? जर कहते हैं जंगाल नू। लोया किड्डा भी पक्का होवे उसनू जंगाल खा जाता है। सतगुरु कहते हैं शरीर जान वाला है, इस वास्ते इनू दिन पर दिन जंगाल लग रहा है। सजना तू सोचता ही नहीं, तू इस कोलों काम लेना सी जिस वास्ते तेनू मिलिया सी। गुरु अर्जन साहब नू पुछ के वेखो, गुरु अर्जन साहब कहते काची दे मोह फुन बांधी, शट कठोर कुचील कुज्ञानी, तावत परमत रह नहीं पावत, पार ब्रह्म की गत नहीं जानी। दिन पर दिन इसनू जंगाल लग रहा सजना, पुराना हो रहा है। वो समा आ जाएगा जदों तेरे कोल उठिया नहीं जाएगा, जदों तेरे कोल कन्ना तो सुनिया नहीं जाएगा, अखां तो पूरी तरह दिसेगा नहीं, फिर तू पछतावा करेगा तो फिर बनेगा कुछ नहीं, फिर कुछ नहीं बनेगा। तो गुरु साहब तो बुढ़ेपे नूं भी सुचेत कर दिया। गुरु तेग बहादुर साहब कहते हैं तरना पो यूं ही गयो, लियो जरा तन जीत, जवानी चली गई कोई गल नहीं, तेनू नहीं सी पता, हुण ते जित लै। हाँ जी करो कृपा। काल ना आवे मूड़े चीत। सतगुरु कहते ने मन विच इन्ना विश्वास ते पक्का करके बैठा है भी मैं किधरे जाना नहीं, ये घर मैनू छड्डने कोई नहीं पैने, ये परिवार में कोई नहीं छड्डना, इस वास्ते मौत इसनू चेते च ही नहीं, याद ही नहीं। काल ना आवे मूड़े चीत, मूड़ कहते ने मूर्ख नू। सतगुरु ने चित्त विच है ही नहीं मैं मरना भी है, इस गल दी इसनू चेता भी नहीं कि मैं छड्डना, ये घर छड्डने ने, ये परिवार एक दिन छड्डना पैना है। गुरु अमरदास साहब पातशाह जी ने बड़े सुंदर ढंग नाल आख्या, ये कुटुंब तू जे देखदा चलै नाही तेरे नाल, साथ तेरा चलै नाही, तिस नाल क्यों चित लाइयै, ऐसा काम मूले ना कीचै, जित अंत पछोताइयै। गुरुदेव कहते हैं याद रखी जो तू कमाएगा भोगना तेनू पेगा।
मत तू कहे मैं इस्त्री दे मोह विच कमाया सी, बच्चे दे मोह विच कमाया सी। बाबा कबीर नूं पुछ के वेख लो, बाबा कबीर कहते बहु प्रपंच कर पर धन लियावै, सुत दारा पै आन लुटावै, मन मेरे भूले कपट न कीजै, अंत नबेरा तेरे जी पै लीजै। गुरुदेव कह रहे ने, बख्शिश कर रहे ने, ते सतगुरु कह रहे फिर निकल किस तरह रही है जिंदगी। हाँ जी, बैर विरोध काम क्रोध मोह। सतगुरु कहते ने केवल ते केवल इन्हां कम्मां विच जीवन निकल रहा है। वैर विरोध, ईर्खा चुगली बखीली काम क्रोध मोह। पातशाह कहने इन्हां दे पिछे लग के जे यही जीवन सत सुख दया धर्म सुच संयम पिछे लग के निकलदा सफल हो जाता, परोपकार पिछे करदा सफल हो जा। स्वास ने ते भाई जाना ही जाना है। एक हुंदा सफल करना, हुंदा टाइम पास करना, एक हुंदा टाइम व्यर्थ करना। स्वास्थ्य चलेगा ही चलेगा। गुरमुख टाइम सफल करते ने ते आम तौर ते समा व्यर्थ हो रहा है। कई लोग कई उन्होंने पूछी, उन्होंने मेरे को टाइम नहीं, ते मैं ते कई बारी कहना हुना साडे लोकां दा टाइम इस तरह का है, वी आर बिजी विदाउट वर्क। आम तौर पे हम कोई नहीं पर बिजी हाँ, काम बिल्कुल कोई नहीं, पर पुछो वेल नहीं। मैं एक बेनती कर देवां, जेडे लोग कहंदे ने मैनू धंधियां विचों काम नहीं, वो थोड़ा जिहा समा गुरु वल वधाना शुरू कर देन, धंधा आपे ठीक हो जाएगा। व्यापार विच सतगुरु बरकत आपे पानी शुरू कर देंगे, पक्की गल है। आपे रहमत करनी शुरू कर देंगे, उन्होंने पता है। एवं नहीं सतगुरु ने बाणी च आख्या, अचिंत कम करे प्रभ तिन के जिन हर का नाम प्यारा। एवं कह दिता है। बेनती करा सतगुरु किसे हम ध्यान में ना पान। कई बारी कई लोग पूछ लेने, तुसीं 2-2 3-3 महीने फिर बाहर रहिंदे हो ते तुहाडी किरत दा काम दा की बनदा है? ते मैं आख्या शायद तुहानू कित्थों भुलेखा पै गया भी काम मैं करदा। जद पढ़दा रोज है गुरु दी गल, जिसका कारज तिन ही किया मानस क्या विचारा राम। तो सतगुरु आप करन कारण समर्थ ने। जे मां नू फिकर है मेरे बच्चे ने रोटी नहीं खाधी, शायद बच्चे नू उन्ना फिकर ना होवे। तो गुरुदेव कह रहे ने बैर विरोध काम क्रोध मोह झूठ कार महालोभ त्रो। सतगुरु कहते ने इन कम्मां विच जीवन गुजर रहा है, इन्हां वास्ते बड़ा टाइम है। झूठ वास्ते भी टाइम है, चुगली वास्ते भी टाइम है, वैर विरोध वास्ते भी टाइम है, बाकी सारे विषय विकारां वास्ते टाइम है, पर केवल गुरु वास्ते टाइम नहीं। सारी कसर टाइम दी इत्थे आन के निकलदी है। तो पातशाह कह रहे ने, कृपा कर रहे ने। हाँ जी, याहू जुगत बिहाने कई जन्म। सतगुरु कह रहे ने, महाराज कह रहे ने, हे मेरे मालिक, याहू जुगत, जुगत दे तत्ते नूं सियारीए जुगती तरीका ढंग। महाराज कहने इस तरीके नाल कीतियां पता नहीं कई जन्म लंघ गए ने। मेरे मालिक एक मौका मिले है, कई जन्म भय कीट पतंगा, कई जन्म गज मीन कुरंगा, कई जन्म लंघ गए ने, पता नहीं किथे किथे लंघे ने, पता नहीं। याहू जुगत इस तरीके नाल वैर विरोध विच, काम क्रोध विच, झूठ विच, विकारां विच बड़े लंघ गए ने। पर सतगुरु तू एक मौका बख्शिया है। ते गुरु अर्जन पातशाह जी कह रहे ने, कृपा कर, किरत कर्म के विछड़े कर कृपा मेलो राम। अनेक जन्म पाप कर भरमे, हुण तो शरणागत आए, दया करो रख लियो हर जियो, हम लाग गए सतगुर पाए। गरीबन वाज तरस कर, तू कृपा कर, बख्शिश कर मेरे मालिक, ये वेला खाली ना जाए।
याहू जुगत बिहाने कई जन्म लंघ गए ने। ताई महाराज ने जन्म दे महाअक्षर नूं औंकड़ नहीं लाया, बहुवचन है, कई जन्म। तो अगली पंक्ति सतगुरु अगे बख्शिश कर रहे हैं। हाँ जी। नानक राख लियो आपन कर करम। याद रखना इत्थे कर्म शब्द फारसी भाषा है बख्शिश। कर्म शब्द जदों भी फारसी भाषा विच आया, इस दे अर्थ ने बख्शिश। ते जदों ये पंजाबी हिंदी भाषा विचों पंजाबी भाषा विच कर्म आया, ते कर्म दा अर्थ है लेख भाग नसीब। जदों तुसी पढ़दे हो गुरु दी बाणी, बहुता कर्म लिखिया ना जाए, उदों सतगुरु गुरु नानक साहब कहते, हे मेरे मालक, तेरा बख्शिश दा खजाना इन्ना वड्डा है कि किसी को बयान नहीं हो सकता। तेरे को 100 दा नोट नहीं, किसी को 50 दे देगा, बाकी 50 बचनगे। तेरा खजाना एडा वड्डा है, नापिया तोलिया नहीं जा सकता। बहुता कर्म लिखिया ना जाए, किसी मन बुद्धि नाल तोलिया नापिया नहीं जा सकता। तो महाराज कह रहे ने, बख्शिश कर रहे, नानक राख लिहो अपन कर करम। किरपा कर अपनी रहमत करके, बख्शिश करके सानू बचा लै मेरे बालक इस संसार तो, विकारां तो बचा लै पातशाह। इस मनुखा देही तू बख्शिश कीती है, जिस प्रयोजन वास्ते मिली है वो पूरा हो जाए। शरीर कब्रस्तान जान तो पहला पहला सतगुरु ये मन गुरु दे घाट विच पहुंच जाए। ये बख्शिश कर दे, ये रहमत कर दे, ये कृपालता कर दे। इस बुद्धि विचों होर कई किस्म के व्यवहार पैदा होने तो पहला पहला इस बुद्धि विच विवेक पैदा हो जाए। ये रहमत कर दे, ये कृपालता कर दे। तो कर्म शब्द गुरु ग्रंथ साहब जी अंदर जदों फारसी च आया बख्शिश, जदों संस्कृत भाषा हिंदी तो आया लेख भाग नसीब। इसे तरीके शर्म है, जदों शर्म शब्द फारसी विचों आया हया लज्जा, जदों शर्म शब्द हिंदी भाषा विचों आया मेहनत परिश्रम एफर्ट्स, उत्थे उच्चारण शर्म है, उसका उच्चारण शर्म है। गुरु कृपा करे, रहमत करे। इशारा हो चुका है, रिकॉर्डिंग वालियां दा टाइम हो गया। गुरु कृपा करन, बख्शिश करन गुरु अर्जन साहब पातशाह महाराज। कल दा पता तुहाडी असीस नाल असी पढ़दे ते रोज आ गुरु दे चरनां विच, पर की पढ़दे आ ते सतगुरु ने की लिखिया है ते उसका अंतरेवी भाव की है, ये तुहाडी बख्शिश नाल जो गुरु अर्जन साहब इस ना चीज दी झोली विच पाणगे, वो उन्हां कोलों लैके तुहाडे नाल सांझी करन दी निमाणी जी कोशिश सतगुरु ने कराई है। बख्शिश करनी, रहमत करनी, मैं ते वेला वां। आप जी ने अपना जरूरी समा कढ के गुरु दे चरण परसे ने। सतगुरु गुरु ग्रंथ साहब पिता महाराज आप जी दा लाया होया समा, आप जी दी घालना, आप जी दी हाजरी थाए पाण तुहानू ये दात गुरु ग्रंथ साहब पातशाह दे पावन चरनां विचों नसीब होवे। फिर तुहाडी बख्शिश नाल मेरे ते भी ये रहमत हो जाए कि सतगुरु कृपा करन, लोक सुखिए पर लोक सुहेले, नानक हर प्रभ आपे मेले। वाहिगुरु जी का खालसा, वाहिगुरु।